ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਦੀਪ ਸਿੰਘ। ਤੁਸੀਂ ਦੇਖ ਰਹੇ ਹੋ ਜਨਹਿਤੈਸ਼ੀ ਨਿਊਜ਼ ਚੈਨਲ। ਇਸ ਟਾਈਮ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਭਾਵਾ ਦੇ ਨੇਤਾ ਵਿਜੇ ਦਾਨਵ ਅਤੇ ਨਗਰ ਨਿਗਮ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਇੱਕ ਦੇ ਵਿੱਚ ਭਾਰੀ ਤਕਰਾਰਬਾਜ਼ੀ ਹੋ ਗਈ। ਇਹ ਤਕਰਾਰਬਾਜ਼ੀ ਹਲਕਾ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਆਫਿਸ ਦੇ ਵਿੱਚ ਹੋਈ। ਤੁਹਾਨੂੰ ਇੱਥੇ ਦੱਸ ਦਈਏ ਕਿ ਕੁਲਵੰਤ ਸਿੰਘ ਸਿੱਧੂ ਜੋ ਹਲਕਾ ਆਤਮਨਗਰ ਤੋਂ ਵਿਧਾਇਕ ਨੇ, ਉਹਨਾਂ ਵੱਲੋਂ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਸਮਾਰੋਹ ਰੱਖਿਆ ਗਿਆ ਸੀ, ਜਿੱਥੇ ਕਿ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਵੀ ਪਹੁੰਚੇ ਹੋਏ ਸਨ। ਉੱਥੇ ਹੀ ਭਾਵਾ ਦੇ ਨੇਤਾ ਤੇ ਦਲਿਤ ਨੇਤਾ ਵਿਜੇ ਦਾਨਵ ਵੀ ਆਪਣੀ ਸੰਘਰਸ਼ ਕਮੇਟੀ ਦੇ ਨਾਲ ਮੌਕੇ ਤੇ ਪਹੁੰਚੇ, ਜਿੱਥੇ ਵਿਜੇ ਦਾਨਵ ਵੱਲੋਂ ਜਸਦੇਵ ਸਿੰਘ ਸੇਖੋ ਉੱਤੇ ਉਹਨਾਂ ਦੀ ਸੰਘਰਸ਼ ਕਮੇਟੀ ਦੇ ਨਾਲ ਲੱਗਦੇ ਮੁਲਾਜ਼ਮਾਂ ਨੂੰ ਧੱਕੇ ਨਾਲ ਲਿਸਟ ਦੇ ਵਿੱਚੋਂ ਬਾਹਰ ਕੱਢਣ ਦਾ ਆਰੋਪ ਲਗਾਇਆ ਗਿਆ। ਵਿਜੇ ਦਾਨਵ ਦਾ ਆਰੋਪ ਸੀ ਕਿ ਉਹਨਾਂ ਦੀ ਸੰਘਰਸ਼ ਕਮੇਟੀ ਦੇ ਨਾਲ ਜੋ ਮੁਲਾਜ਼ਮ ਜੁੜੇ ਹੋਏ ਹਨ, ਉਹਨਾਂ ਨੂੰ ਜਸਦੇਵ ਸਿੰਘ ਵੱਲੋਂ ਪੱਕੇ ਕਰਨ ਵਾਲੇ ਮੁਲਾਜ਼ਮਾਂ ਦੀ ਲਿਸਟ ਵਿੱਚੋਂ ਜਾਣਬੁੱਝ ਕੇ ਉਮਰ ਵੱਧ ਦਿਖਾ ਕੇ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ ਜਸਦੇਵ ਸਿੰਘ ਸੇਖੋ ਦੁਆਰਾ ਇਸ ਗੱਲ ਦੇ ਉੱਤੇ ਬਿਲਕੁਲ ਹੀ ਮਨਾਹੀ ਕਰ ਦਿੱਤੀ ਗਈ। ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਵੱਲੋਂ ਇਸ ਲਿਸਟ ਨੂੰ ਸਰਕਾਰ ਕੋਲ ਨਹੀਂ ਭੇਜਿਆ ਗਿਆ। ਇਸ ਗੱਲ ਨੂੰ ਲੈ ਕੇ ਦੋਨਾਂ ਪੱਖਾਂ ਦੇ ਵਿੱਚ ਬਹਿਸਬਾਜ਼ੀ ਹੋ ਗਈ। ਇਹ ਬਹਿਸਬਾਜ਼ੀ ਇੰਨੀ ਵੱਧ ਗਈ ਕਿ ਇਹਨਾਂ ਦੋਨਾਂ ਪੱਖਾਂ ਵੱਲੋਂ ਇੱਕ ਦੂਜੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਬਾਅਦ ਦੇਖਦੇ ਦੋਨਾਂ ਪੱਖਾਂ ਵੱਲੋਂ ਇੱਕ ਦੂਜੇ ਨਾਲ ਹੱਥੋਂ ਪਾਈ ਵੀ ਕੀਤੀ ਗਈ। ਤੇ ਇਹ ਸਾਰਾ ਮਾਮਲਾ ਹਲਕਾ ਆਤਮਨਗਰ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਆਫਿਸ ਦੇ ਵਿੱਚ ਉਹਨਾਂ ਦੇ ਸਾਹਮਣੇ ਹੋਇਆ, ਜਿੱਥੇ ਕਿ ਉਹਨਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ, ਜੋ ਨਗਰ ਨਿਗਮ ਦੇ ਮੁਲਾਜ਼ਮ ਨੇ, ਉਹਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ। ਉੱਥੇ ਹੀ ਇਹਨਾਂ ਮੌਕੇ ਤੇ ਭਖਦੇ ਜੋ ਵਿਵਾਦ ਹੋਇਆ, ਇਹਨੂੰ ਭਖਦੇ ਦੇਖ ਕੇ ਵਿਜੇ ਦਾਨਵ ਅਤੇ ਜਸਦੇਵ ਸਿੰਘ ਸੇਖੋ ਨੂੰ ਮੌਕੇ ਤੋਂ ਭੇਜ ਦਿੱਤਾ ਗਿਆ। ਹਾਲਾਂਕਿ ਜਸਦੇਵ ਸਿੰਘ ਸੇਖੋ ਜੋ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਹਨ, ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਮੌਕੇ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਜਦੋਂ ਸਮਾਰੋਹ ਸ਼ੁਰੂ ਹੋਣ ਲੱਗਾ, ਉਸ ਦੌਰਾਨ ਹੀ ਵਿਜੇ ਦਾਨਵ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਮੌਕੇ ਤੇ ਲੈ ਆਂਦਾ ਗਿਆ। ਉਹਨਾਂ ਵੱਲੋਂ ਜੋ ਹਲਕਾ ਆਤਮਨਗਰ ਦੇ ਐਮਐਲਏ ਨੇ ਕੁਲਵੰਤ ਸਿੰਘ ਸਿੱਧੂ, ਉਹਨਾਂ ਦੇ ਜੋ ਆਫਿਸ ਦੇ ਗੇਟ ਨੂੰ ਲੱਤ ਮਾਰ ਕੇ ਖੋਲ੍ਹਿਆ ਗਿਆ ਅਤੇ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਉਹਨਾਂ ਵੱਲੋਂ ਵੀ ਵਿਜੇ ਦਾਨਵ ਉੱਤੇ ਗੰਭੀਰ ਆਰੋਪ ਲਾਏ ਗਏ ਹਨ, ਜਦ ਕਿ ਵਿਜੇ ਦਾਨਵ ਵੱਲੋਂ ਵੀ ਜਸਦੇਵ ਸਿੰਘ ਸੇਖੋ ਉੱਤੇ ਆਪਣੇ ਮੁਲਾਜ਼ਮਾਂ ਨੂੰ, ਜੋ ਉਹਨਾਂ ਦੇ ਲਿੰਕ ਵਿੱਚ ਮੁਲਾਜ਼ਮ ਨੇ, ਉਹਨਾਂ ਨੂੰ ਜਬਰਨ ਪੱਕਾ ਕਰਨ ਅਤੇ ਉਹਨਾਂ ਦੇ ਸੰਘਰਸ਼ ਕਮੇਟੀ, ਵਿਜੇ ਦਾਨਵ ਦੀ ਜੋ ਸੰਘਰਸ਼ ਕਮੇਟੀ ਹੈ, ਉਹਨਾਂ ਦੇ ਮੁਲਾਜ਼ਮਾਂ ਨੂੰ ਜਾਣਬੁੱਝ ਕੇ ਕੱਚੇ ਹੀ ਰਹਿਣ ਦੇਣ ਦਾ ਆਰੋਪ ਲਗਾਇਆ ਗਿਆ ਹੈ। ਇਸ ਦੌਰਾਨ ਮੌਕੇ ਤੇ ਕਈ ਵੀਡੀਓ ਵੀ ਬਣਾਈਆਂ ਗਈਆਂ, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਆਓ ਤੁਹਾਨੂੰ ਦਿਖਾ ਦਈਏ ਮੌਕੇ ਦੀਆਂ ਕੁਝ ਤਸਵੀਰਾਂ। जनहितैषी टीआरपी नहीं खरीदते, भरोसा जीतते हैं हम। की नाम है? हाँ जी, की नाम है? रेखा। कितों आए हो? डुगरी से, धक्का कॉलोनी से। अच्छा, किस करके आए थे आज? पक्के होने के लिए आए हैं। की इतने की ਤੁਹਾਨੂੰ ਕੀ ਮਿਲਨੇ ਸੀ? ਪੱਤਰ ਆਰਡਰ ਮਿਲਨੇ ਸੀਗੇ? ਕਿਹਨੇ ਦੇਣੇ ਸੀਗੇ? सिद्धू साहब ने देने सर ऑर्डर ਅਸੀਂ ਸਵੇਰ ਦੇ ਆਏ ਹੋਏ ਆ, 15-16 ਸਾਲ ਹੋ ਗਏ ਸੀ, 1200 ਰੁਪਏ ਚ ਲੱਗੇ ਹੋਏ ਆ। ਅੱਜ ਤੱਕ ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਇਹ ਦੋਨੋਂ ਭੈਣ ਆएंगी, कितने दोनों 15 ਸਾਲ ਤੋਂ ਲੱਗੇ ਹੋਏ, 12 ਸਾਲ ਤੋਂ ਹੋ ਗਏ, 1200 ਰੁਪਏ ਚ ਲੱਗੇ ਸੀ। ਸਫਾਈ ਕਰਦੇ ਹੋ ਜੀ? ਹਾਂਜੀ, ਸਫਾਈ ਕਰਮਚਾਰੀ ਹੈ, 1200 ਰੁਪਏ ਚ ਲੱਗੇ ਸੀ। ਅੱਜ ਸਾਨੂੰ ਕਹਿੰਦੇ ਵੀ ਕਿਆ ਨਾਮ ਵੀ ਪੰਜਾਬ ਤਾਂ ਥੱਲੇ ਰੱਖਣੇ, ਅੱਜ ਸਾਨੂੰ ਉਹ ਵੀ ਆਰਡਰ ਵੀ ਨਹੀਂ ਮਿਲਦੇ ਪਏ। 40 साल से। अच्छा, ਜਿਹੜੇ ਥੋੜੇ ਦਿਨੋਂ ਦੇ ਬੰਦੇ ਲੱਗੇ ਹੋਏ ਸੀ ਉਹ ਰੱਖ ਲਿਆ ਇਹਨਾਂ ਨੇ, लिस्टा रातों रात तैयार कर ली, पता नहीं की करो। अपने बंदे रखे गए हैं? हाँ, अपने बंदे बतेरे रख लिए, लोगों का पता ही नहीं लगा। सानू कुछ भी ना चीफ सेंटरी ने दसिया, ना किसी सेंटरी ने दसिया। ਅਸੀਂ ਉੱਥੇ ਜਾਂਦੇ, ਕਹਿੰਦਾ ਤੁਹਾਡਾ ਲਿਸਟ 'ਚ ਨਾਮ ਹੀ ਨਹੀਂ। ਕੀ ਕਹਿੰਦਾ? ਗੱਲ ਵੀ ਉਹਦੇ ਨਾਲ ਗੱਲ ਹੋਈ, ਕਹਿੰਦਾ ਠਹਿਰ ਕੇ ਤੁਹਾਡਾ ਕੰਮ ਹੋਊਗਾ, ਹੁਣ ਪਤਾ ਨਹੀਂ ਕਦੋਂ ਕੰਮ ਹੋਊਗਾ। ਅੱਛਾ, ਇੱਕ ਗੱਲ ਦੱਸੋ, ਤੁਹਾਨੂੰ ਉਮੀਦ ਸੀ ਵੀ ਦੀਵਾਲੀ ਦੇ ਉੱਤੇ ਤੁਹਾਨੂੰ ਜਿਹੜੀ ਨੌਕਰੀ ਮਿਲਣੀ ਆ, ਪੱਕੀ ਨੌਕਰੀ ਹੋਏਗੀ ਤੁਹਾਡੀ? ਹਾਂਜੀ, ਉਮੀਦ ਸੀ। ਪੰਜਾਬੀ ਭਵਨ ਸੇ ਕਹਿੰਦੇ ਸੀ ਕੋਈ ਬੰਦਾ ਨਹੀਂ ਰਹੂਗਾ। ਅੱਜ ਤੱਕ ਸਾਡਾ ਕੋਈ, ਹੁਣ ਕਿਵੇਂ ਬੰਦੇ ਰਹਿ ਰਹੇ? ਅੱਜ ਕੋਈ ਸਾਰੇ ਬੰਦੇ ਐਵੇਂ ਰਹਿ ਗਏ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦੇ ਵੀ ਸਾਨੂੰ ਆਰਡਰ ਦਿਵਾਓ। नाम नहीं आया रवि। ਉਦੋਂ ਕਹਿ ਰਹੇ ਸੀ ਕਿ ਨਾਲ ਦੀ ਨਾਲ ਕੱਚੇ ਪੱਕੇ ਸਾਰੇ ਲੋਕ ਘਰੇ ਜਾਣਗੇ। ਹੁਣ ਕਹਿੰਦੇ ਵੀ ਹੁਣ ਬੰਦੇ ਛਾਣਬੀਨ ਕਰ ਰਹੇ ਆ।
ਅੱਛਾ, ਜਿਸ ਤਰ੍ਹਾਂ ਦੀਵਾਲੀ ਸੀ, ਤੁਹਾਨੂੰ ਇੱਕ ਉਮੀਦ ਸੀ ਵੀ ਦੀਵਾਲੀ ਤੇ ਤੁਹਾਨੂੰ ਸਰਕਾਰ ਤੋਹਫਾ ਦੇਣ ਜਾ ਰਹੀ ਹੈ। ਹਾਂਜੀ, ਸਾਨੂੰ ਖੁਸ਼ਖਬਰੀ ਦਾ ਸੀ ਸਰ ਹਾਂ। ਕਿ ਸਾਡੇ ਬੱਚੇ ਵੀ ਆਪਣੇ ਘਰੇ ਹਾਂ, ਤੁਹਾਨੂੰ ਖੁਸ਼ਖਬਰੀ ਦਾ ਇੰਤਜ਼ਾਰ ਸੀ, ਖੁਸ਼ਖਬਰੀ ਮਿਲੀ? ਨਹੀਂ ਮਿਲੀ। ਕਿਉਂ ਨਹੀਂ ਮਿਲੀ? ਰੋਟੀ ਪਾਣੀ ਪੁੱਛਿਆ ਤੁਹਾਨੂੰ? ਨਹੀਂ, ਕਿਸੇ ਨੇ ਪਾਣੀ ਨਹੀਂ ਪੁੱਛਿਆ, ਕਿਸੇ ਨੇ ਪੁੱਛਿਆ ਰੋਟੀ ਪਾਣੀ ਕੋਈ ਕਿਸੇ ने कुछ नहीं पूछा। 20 साल हो गए हाँ जी, हार्ड बात हो, कुछ नहीं मिला। पहली बार पक्के करे जब भी छड़ दिए थे, इन्होंने कहा फिर अगली बार देखेंगे। अफसोस हो रहा। हाँ जी, अब देखो 20 साल हो गए मैनू, 20 साल हो गए। अब आधा नंबर आ रहा है, फिर नाटक अगला बाहर है, ज़्यादा उम्र होगी ਕੀ थारी। ਕਹਿੰਦੀ ਸਰਕਾਰ? 15 ਸਾਲ ਮੈਨੂੰ ਹੋ ਗਏ। 15 ਸਾਲ ਹੋ ਗਏ ਇਹ ਲਾਰੇ ਲਾਂਦੇ ਅੱਜ ਕਰਦੇ ਕੱਲ ਕਰਦੇ ਕਿਨੂੰ ਮਿਲੇ ਕਿਨੂੰ ਪੱਤਰ ਇਹਨਾਂ ਨੂੰ ਮਿਲੇ ਹੀ ਸਾਨੂੰ। ਹੁਣ ਮੈਨੂੰ 16 ਸਾਲ ਹੋ ਗਏ ਜੀ ਕੰਮ ਕਰਦੇ ਨੂੰ, ਨਾ ਕੋਈ ਨਾਮ ਹੈ ਨਾ ਕੋਈ ਪੁੱਛਿਆ। ਪਹਿਲਾਂ ਕਹਿੰਦੇ ਹਾਂ ਜੀ, ਨਹੀਂ ਅਸੀਂ ਇਹ ਨਹੀਂ ਕਹਿ ਸਕਦੇ। ਹੁਣ ਸਾਡੇ ਵਾਰਡ ਦੇ ਵਿੱਚ ਸਾਰੇ ਬੰਦੇ ਹੋ ਗਏ, ਸਿਰਫ 3 ਜਿਹੜੇ ਰਹਿ ਗਏ ਜੀ। ਅਸੀਂ ਇਕੱਠੇ ਕੰਟੀਨਿਊਸ ਕੰਮ ਕਰਦੇ ਆ ਰਹੇ ਹਾਂ ਸਾਰੇ ਰੈਗੂਲਰ, ਸਾਡੀ ਹਾਜ਼ਰੀ ਜਾਰੀ ਹੈ, ਫੋਟੋ ਵਗੈਰਾ ਸਾਡੀ ਰੋਜ਼ ਖਿੱਚ ਕੇ ਜਾਂਦੀ ਹੈ। ਹੁਣ ਸਾਨੂੰ ਰਿਜੈਕਟ ਕੀਤਾ ਜਾ, ਕੋਈ ਚੱਕਰ ਨਹੀਂ, ਕੋਈ ਲੜਾਈ ਝਗੜਾ ਨਹੀਂ, ਨਹੀਂ ਕੋਈ ਲੜਾਈ ਝਗੜਾ ਨਹੀਂ ਹੈ ਜੀ, ਕੋਈ ਲੜਾਈ ਝਗੜਾ ਨਹੀਂ ਹੈ। ਅੱਜ ਹੋਇਆ ਕੀ? ਅੱਜ ਉਹਨਾਂ ਆ ਸਾਨੂੰ ਆਰਡਰ ਹੀ ਨਹੀਂ ਮਿਲ ਰਹੇ। ਨਹੀਂ, ਹੁਣ ਇੱਥੇ ਕੀ ਹੋਇਆ ਸੀ? ਹੰਗਾਮਾ ਹੋਇਆ ਸੀ ਕੋਈ? ਇੱਥੇ ਦਾ ਸਾਨੂੰ ਪਤਾ ਨਹੀਂ, ਅਸੀਂ ਉੱਥੇ ਸੀ ਜ਼ੋਨ ਤੇ ਬੁਲਾਇਆ ਗਿਆ ਸੀ, ਅਸੀਂ ਉੱਥੇ ਗਏ ਸੀ। ਨੰਬਰਦਾਰ ਦੀ ਗੱਲ ਹੈ ਨੰਬਰਦਾਰ ਯਾਰ। ਕੀ ਕੰਮ ਕਰਦੇ ਹੋ? ਮੈਂ ਨੰਬਰਦਾਰੀ ਦਾ ਕੰਮ ਕਰਦਾ, ਸੁਪਰਵਾਈਜ਼ਰ ਦਾ, ਕਿਹੜੇ ਜ਼ੋਨ 'ਚ? ਡੀ ਜ਼ੋਨ ਤੇ। ਅੱਛਾ ਜੀ, ਕੀ ਹੋਇਆ ਅੱਜ? ਅੱਜ 43 ਨੰਬਰ ਵਾਰਡ ਨੂੰ ਆਰਡਰ ਮਿਲਨੇ ਸੀ। ਅੱਛਾ ਬੰਦੇ ਸਾਰੇ ਆਏ ਆ, ਸਵੇਰ ਦੇ ਆਏ ਆ 9 ਵਜੇ ਦੇ। ਉਸ ਤੋਂ ਬਾਅਦ ਸਾਰੇ ਜਦੋਂ ਆਰਡਰ ਮਿਲਣ ਲੱਗੇ, ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੇ ਨਾਲ ਕੀ ਨਹੀਂ ਹੋਇਆ, ਉਸ ਤੋਂ ਬਾਅਦ ਸਾਰੇ ਜਾ ਚੁੱਕੇ ਇੱਥੋਂ। ਨਹੀਂ, ਕੀ ਹੋਇਆ ਇੱਥੇ? ਕਿਤੇ ਹੰਗਾਮਾ ਹੋਇਆ, ਲੜਾਈ ਹੋਈ ਹਲਕੀ? ਇਹ ਨਹੀਂ ਪਤਾ ਹੰਗਾਮਾ ਹੋਇਆ ਕੀ ਹੋਇਆ ਨਹੀਂ ਹੋਇਆ ਜੀ, ਠੀਕ ਹੈ ਜੀ। ਆਏ ਤਾਂ ਚਲੇ ਗਏ। ਆਰਡਰ ਬਿਨਾ ਦਿੱਤੇ ਹੋਏ ਘੱਟੋ ਘੱਟ ਨਹੀਂ, ਜ਼ਿਆਦਾ ਤੋਂ ਜ਼ਿਆਦਾ 200 ਬੰਦਾ ਖੜਾ ਸੀਗਾ ਜੀ। ਹਾਂਜੀ, ਸਵੇਰ ਦੇ ਖੜੇ ਨੇ, ਕਿਸੇ ਨੇ ਪਾਣੀ ਨਹੀਂ ਪੀਤਾ, ਰੋਟੀ ਨਹੀਂ ਖਾਧੀ, ਬਿਨਾ ਆਰਡਰਾਂ ਤੋਂ ਸੱਦੇ ਕੇ ਚਲੇ ਗਏ ਜੀ। ਨਹੀਂ ਕਹਿੰਦੇ ਹੰਗਾਮਾ ਹੋਇਆ ਬਹੁਤ ਤਕੜਾ, ਵੀਡੀਓ ਵੀ ਦੇਖੋ ਵਾਇਰਲ ਜੀ, ਹੋ ਰਹੀ ਹੈ। ਇਹ ਹੰਗਾਮਾ ਜੇ ਹੋਇਆ ਹੋਊਗਾ ਸਾਨੂੰ ਨਹੀਂ ਕਿਸੇ ਨੂੰ ਪਤਾ। ਅੰਦਰ ਗੇਟ ਦੇ ਅੰਦਰ ਜੋ ਹੋਇਆ, ਘਰ ਦੇ ਅੰਦਰ ਹੋਇਆ, ਸਾਨੂੰ ਨਹੀਂ ਪਤਾ ਜੀ ਕਿਸੇ ਨੂੰ। ਪਰ ਬਿਨਾ ਆਰਡਰ ਦਿੱਤੇ ਹੋਏ ਅਗਲੇ ਚਲੇ ਗਏ। ਐਮਐਲਏ ਸਾਹਿਬ ਨੇ ਕੁਝ ਨਹੀਂ ਦੱਸਿਆ? ਐਮਐਲਏ ਸਾਹਿਬ ਨੇ ਹਲੇ ਕੋਈ ਮਤਲਬ ਜੀ ਉਹ ਕੋਈ ਜਵਾਬ ਨਹੀਂ ਜਵਾਬ ਨਹੀਂ ਆਇਆ ਹਲੇ ਤੱਕ ਕੋਈ। ਤੁਸੀਂ ਇੰਤਜ਼ਾਰ ਕਰ ਰਹੇ ਹੋ, ਕਿੰਨੇ ਵੱਜ ਚੁੱਕੇ ਨੇ? ਆਹ ਦੇਖੋ ਜੀ, ਹਲੇ ਟਾਈਮ ਹੋ ਚੁੱਕਿਆ ਜੀ, 5 ਵੱਜ ਚੁੱਕੇ ਨੇ ਜੀ। ਠੀਕ ਹੈ ਜੀ, 5 ਵਜੇ ਤੱਕ ਹੁਣ ਉਰੇ ਖੜੇ ਆ ਜੀ, ਨਾ ਰੋਟੀ ਦੇ ਨਾ ਪਾਣੀ ਦੇ ਜੀ। ਐਮਐਲਏ ਚਲੇ ਗਿਆ। ਹਾਂਜੀ, ਉਹ ਚਲੇ ਗਏ ਜੀ, ਲੜਾਈ ਸਾਰੇ ਚਲੇ ਗਏ ਜੀ। ਸਵੇਰੇ ਡਿਊਟੀ ਕਰਦੇ ਆ। गए लड़ाई करके। ਲੜਾਈ ਕੌਣ ਲੜੇ, ਕਿਉਂ, ਕੀ ਕਾਰਨ ਕੀਤੀ? पता नहीं क्या लड़ाई है। ऑर्डर भाई जो बंदे मतलब ज्यादा उम्र के हैं उनको भी ऑर्डर दो। लेबर बोल ही रही थी, भटक रही थी, इतने साल हो गए। अब बस इसी चक्कर में इन्होंने आपस में लड़ाई कर लिया और निकल गए बगैर ऑर्डर दिए। तो आपको इसका खामियाजा भुगतना पड़ा लड़ाई का? हाँ, हम 2 लेडीज थी अंदर थी, और हम फिर जब धक्का मुक्की हुआ फिर साइड पे हो गया, वो एकदम जाकर अंदर दफ्तर में बढ़ गए। ਲੜਾਈ ਉਹਨਾਂ ਹੀ ਭੁਗਤਣਾ ਤੁਹਾਨੂੰ ਪੈ ਰਿਹਾ। सही बात है। दानव ने भी लड़ाई की है, ये साफ सी बात है। ਕੌਣ ਕਿਨੇ ਕੀਤੀ ਹੈ? बस ये मैं थोड़ी ना इस चीज को जानती हूँ, मैं तो पहली बार इधर आई हूँ। चले गया फिर? हाँ, सारे लीडर जो थे चले गए लड़ाई करके। ਐਮਐਲਏ ਸਾਹਿਬ ਨੇ ਰੋਕਿਆ ਨਹੀਂ? नहीं, ठीक है। ਦੇਖੋ, ਐਮਐਲਏ ਸਾਹਿਬ ਨੇ ਕੀ ਕਿਹਾ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ। ਤੇ ਜਿਹੜਾ ਇਹ ਹੰਗਾਮਾ ਨਿਯੁਕਤੀ ਪੱਤਰਾਂ ਨੂੰ ਲੈ ਕੇ ਤਾਂ ਕੀਤਾ ਹੀ ਨਹੀਂ ਗਿਆ। ਇਹ ਤਾਂ ਇੱਕ ਪ੍ਰੀ ਪਲਾਨਡ ਉਹਨਾਂ ਨੇ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਯੁਕਤੀ ਪੱਤਰਾਂ ਦਾ ਇੱਦਾਂ ਸੀਗਾ ਵੀ ਸਿੱਧੂ ਸਾਹਿਬ ਨੇ ਟਾਈਮ ਦਿੱਤਾ ਸੀਗਾ, ਅਸੀਂ ਉੱਥੇ ਸਾਰਾ ਪਲਾਨ ਕਰਕੇ ਖੜੇ ਸੀ। ਵਾਰਡ ਵਾਈਜ਼ ਅਸੀਂ ਬੰਦੇ ਖੜੇ ਕੀਤੇ ਹੋਏ ਸੀਗੇ ਵੀ ਕੱਲਾ ਵਾਰਡ ਦਾ ਬੰਦਾ ਬੁਲਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ। ਤੇ ਇਨ ਦਾ ਮੀਨ ਟਾਈਮ ਸਿੱਧੂ ਸਾਹਿਬ ਉੱਥੇ ਹੈ ਨਹੀਂ ਸੀ ਦਫ਼ਤਰ 'ਚ, ਅਸੀਂ ਵੇਟ ਕਰ ਰਹੇ ਸੀ ਸਾਰੇ ਮੁਲਾਜ਼ਮ। ਜਦੋਂ ਸਿੱਧੂ ਸਾਹਿਬ ਆਏ ਤਾਂ ਮੁਲਾਜ਼ਮਾਂ ਨੇ ਸਾਡੇ ਜਿਹੜੇ ਹੈਗੇ ਸੀ ਉੱਥੇ ਨੀਰਜ ਵਗੈਰਾ, ਉਹਨਾਂ ਨੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਸਿੱਧੂ ਸਾਹਿਬ ਮੈਨੂੰ ਮਿਲੇ ਨੇ ਆ ਕੇ। ਸਿੱਧੂ ਸਾਹਿਬ ਨੇ ਕਿਹਾ ਵੀ ਜਿਹੜਾ ਨਾਲ ਦਾ ਆਪਣਾ ਪਲਾਟ ਆ ਆਪਾਂ ਉੱਥੇ ਜਾ ਕੇ, ਕਿਉਂਕਿ ਖੁੱਲ੍ਹੀ ਜਗ੍ਹਾ, ਉੱਥੇ ਦੇ ਦਈਏ। ਅਸੀਂ ਇੱਕ ਫਸਟ ਆਫ ਆਲ ਸੀਵਰਮੈਨਾਂ ਨੂੰ ਬੁਲਾਇਆ ਵੀ ਸੀਵਰਮੈਨ ਪਹਿਲਾਂ ਉਹਨਾਂ ਨੂੰ 15 ਨੇ ਵੀ ਉਹਨਾਂ ਨੂੰ ਦੇ ਦਈਏ, ਉਸ ਤੋਂ ਬਾਅਦ ਵਾਰਡ ਵਾਈਜ਼ ਬੁਲਾਵਾਂਗੇ। ਜਦੋਂ ਅਸੀਂ ਸੀਵਰਮੈਨ ਅੰਦਰ ਬੁਲਾ ਰਹੇ ਸੀਗੇ ਤਾਂ ਇਮੀਡੀਏਟ ਕਿਸੇ ਬੰਦੇ ਗਰੁੱਪ ਨੇ ਆ ਕੇ ਧੱਕਾ ਮਾਰ ਕੇ ਗੇਟ ਖੋਲ੍ਹਤਾ। ਉਹ ਸੀਗੇ ਦਾਨਵ ਸਾਹਿਬ ਜਿਵੇਂ ਪ੍ਰੀ ਪਲਾਨਡ ਪਿੱਛੋਂ ਸੋਚ ਕੇ ਹੀ ਆਏ ਹੁੰਦੇ ਆ। ਆਉਂਦੇ ਸਾਰੀ ਕੋਈ ਗੱਲ ਨਹੀਂ ਪੁੱਛੀ, ਕੋਈ ਬਾਤ ਨਹੀਂ। ਆ ਦੇਖੋ ਜੀ, ਕਹਿੰਦੇ ਸੇਖੋ ਸਾਹਿਬ ਨੇ ਪਾਰਸ਼ੈਲਿਟੀ ਕੀਤੀ ਆ, ਕਿਉਂਕਿ ਸਭ ਨੂੰ ਪਤਾ ਵੀ ਦਾਨਵ ਸਾਹਿਬ ਹੋਰ ਯੂਨੀਅਨ ਨੂੰ ਲੀਡ ਕਰਦੇ ਆ, ਅਸੀਂ ਮਿਨਿਸਟਰੀ ਸਟਾਫ ਨੂੰ ਲੀਡ ਕਰਦੇ ਹਾਂ, ਮੁਲਾਜ਼ਮਾਂ ਨੂੰ ਅਸੀਂ ਕਰਦੇ ਹਾਂ। ਇਹਨਾਂ ਦੀ ਯੂਨੀਅਨ 'ਚ ਕੋਈ ਮੁਲਾਜ਼ਮ ਵੀ ਹੈ ਨਹੀਂਗਾ ਜਿਹੜੇ ਇਹਨਾਂ ਦੇ ਲੀਡਰ ਨੇ। ਇਹ ਬਿਨਾਂ ਮੁਲਾਜ਼ਮਤ ਤੋਂ ਲੀਡਰ ਬਣੇ ਹੋਏ ਨੇ ਯੂਨੀਅਨ ਦੇ। ਤੇ ਇਹਨਾਂ ਨੇ ਕਿਹਾ ਜੀ ਆਹ ਮੁੰਡੇ ਨੂੰ ਇਹਨਾਂ ਨੇ ਕੀਤਾ। ਮੈਂ ਉਹ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਮੈਨੂੰ ਜਾਣਦੇ ਹੋ? ਤੇ ਉਹ ਕਹਿੰਦੇ ਵੀ ਨਹੀਂ।
ਤੇ ਸਿੱਧੂ ਆ ਨੀਰਜ ਜੀ ਆ ਗਏ, ਇਹਨਾਂ ਦੇ ਸਾਹਮਣੇ ਅਸੀਂ ਸਾਰਾ ਕੁਝ ਕਰ ਰਹੇ ਸੀ। ਸਿੱਧੂ ਸਾਹਿਬ ਦੇ ਬੇਟਾ ਜੀ ਵੀ ਆ ਗਏ ਨੇ ਤੇ ਦਾਨਵ ਸਾਹਿਬ ਨੇ ਕੋਈ ਲਫ਼ਜ਼ ਇਦਾਂ ਦਾ ਬੋਲਿਆ ਜਿਹੜਾ ਉਹਨਾਂ ਨੇ ਮੇਰੇ ਬਾਪ ਦਾ ਨਾਮ ਲਿਆ ਤੇ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ, ਮੈਂ ਕਿਹਾ ਬੰਦਿਆਂ ਵਾਲੀ ਤਮੀਜ਼ ਨਾਲ ਗੱਲ ਕਰ ਵੀ ਆਹ ਲੈਂਗੁਏਜ ਤੇਰੀ ਮੈਂ ਨਹੀਂ ਸੁਣਨੀ। ਆਹ ਗੱਲ ਦਾ ਮੈਂ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਦਾਨਵ ਸਾਹਿਬ ਦੇ ਜਿਹੜੇ ਸੋ ਕਾਲਡ ਨਾਲ ਆਪਦੇ ਇਹ ਗੁੰਡੇ ਰੱਖਦੇ ਨੇ ਉਹ ਹੱਲਾ ਗੁੱਲਾ ਕਰਨ ਲੱਗ ਗਏ ਤੇ ਕਿਉਂਕਿ ਸਿੱਧੂ ਸਾਹਿਬ ਦਾ ਦਫ਼ਤਰ ਸੀਗਾ, ਸਿੱਧੂ ਸਾਹਿਬ ਦੇ ਮੁਲਾਜ਼ਮਾਂ ਨੇ ਜਿਹੜੇ ਸਿੱਧੂ ਸਾਹਿਬ ਦੇ ਦੋਸਤ ਮਿੱਤਰ ਉੱਥੇ ਸੀਗੇ, ਉਹਨਾਂ ਨੇ ਮੈਨੂੰ ਕਿਹਾ ਵੀ ਸੇਖੋ ਸਾਹਿਬ ਤੁਸੀਂ ਦਫ਼ਤਰ 'ਚ ਬੈਠ ਜਾਓ। ਆ ਸਾਰੇ ਆ ਗਏ, ਸ਼ਿੰਗਾਰਾ ਸਿੰਘ ਜੀ ਸਾਰੇ। ਦਾਨਵ ਸਾਹਿਬ ਦੇ ਕਲੀਅਰ ਕੱਟ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਹ ਬਾਹਰੋਂ ਪਲਾਨ ਕਰਕੇ ਆਏ ਸੀ। ਸਰ ਇਲਜ਼ਾਮ ਲੱਗ ਰਹੇ ਨੇ ਕਿ ਨੌਜਵਾਨਾਂ ਜਿਹੜੇ ਕੁਝ ਨੌਜਵਾਨ ਸੀ ਉਹਨਾਂ ਦੀ ਉਮਰ ਵੀ ਜਿਹੜੀ ਸੀਗੀ ਐਲੀਜੀਬਲ ਸੀਗੀ, ਉਮਰ ਵੀ ਕਹਿੰਦੇ 30-32 ਸਾਲ ਸੀ, ਪਰ ਉਹਨਾਂ ਦੇ ਜਿਹੜੇ ਨਾਮ ਕੱਟੇ ਗਏ ਨੇ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਉੱਥੇ ਖੜੇ ਲੋਕਾਂ ਨੇ। ਐਮਐਲਏ ਸਾਹਿਬ ਦੇ ਚਹੇਤਿਆਂ ਨੂੰ ਲੈਟਰ ਵੰਡੇ ਗਏ ਨੇ। ਜੇ ਐਮਐਲਏ ਸਾਹਿਬ ਦੇ ਚਹੇਤਿਆਂ ਨੂੰ ਲੈਟਰ ਵੰਡੇ ਗਏ ਨੇ ਤੇ ਫਿਰ ਐਮਐਲਏ ਸਾਹਿਬ ਦੇ ਦਫ਼ਤਰ 'ਚ ਕਿਉਂ ਆਏ ਸੀ ਇਹ ਦਾਨਵ ਸਾਹਿਬ? ਸੇ ਕਮਿਸ਼ਨਰ ਨੂੰ ਕੰਪਲੇਂਟ ਕਰਦੇ। ਜੇ ਐਮਐਲਏ ਦੇ ਚਹੇਤਿਆਂ ਨੂੰ ਲੈਟਰਾਂ ਵੰਡੀਆਂ ਜਾ ਰਹੀਆਂ ਨੇ ਤੇ ਫਿਰ ਐਮਐਲਏ ਦੇ ਦਫ਼ਤਰ 'ਚ ਕਰਨ ਕੀ ਆਏ? ਉਹਦੀ ਕੰਪਲੇਂਟ, ਜੇ ਕੋਈ ਲੈਟਰ ਗਲਤ ਬਣੀ ਆ ਜਾਂ ਕੋਈ ਲੈਟਰ ਕੋਈ ਬੰਦਾ ਰਹਿ ਗਿਆ, ਉਹਦੀ ਕੰਪਲੇਂਟ ਤਾਂ ਕਮਿਸ਼ਨਰ ਨੂੰ ਹੋਣੀ ਹੈ। ਐਮਐਲਏ ਸਾਹਿਬ ਨੇ ਨਿਯੁਕਤੀ ਪੱਤਰ ਤਾਂ ਦੇਣੇ ਨੇ, ਬਣਾਉਣੇ ਨਹੀਂ। ਬਣਾਉਣੇ ਐਡਮਿਨਿਸਟ੍ਰੇਸ਼ਨ ਨੇ ਬਣਾਏ, ਸੇਖੋਂ ਨੇ ਵੀ ਨਹੀਂ ਬਣਾਏ, ਉਹਨਾਂ ਦੇ ਸੈਂਟਰ ਇੰਸਪੈਕਟਰਾਂ ਨੇ ਆ ਜਿਨ੍ਹਾਂ ਕੋਲੋਂ ਕੰਮ ਕਰਦੇ ਆ। ਔਰ ਅਸੀਂ ਕੱਲ੍ਹ ਵੀ ਕਿਹਾ ਸੀ ਜਦੋਂ ਅਸੀਂ ਗੋਗੀ ਸਾਹਿਬ ਕੋਲ ਵੰਡੇ ਆ, ਅਸੀਂ ਇੱਥੇ ਵੀ ਕਿਹਾ ਬਈ ਕਿਉਂਕਿ ਅਸੀਂ ਚਾਹੁੰਦੇ ਹਾਂ ਦੀਵਾਲੀ ਤੋਂ ਪਹਿਲਾਂ ਦਿੱਤੇ ਜਾਣ, ਸਾਰੇ ਸ਼ਹਿਰ ਦੇ ਵੰਡਣੇ ਆ। ਉਹ ਕਈ ਬਣਨ ਲੱਗੇ, ਹਲੇ ਟਾਈਮ ਲੱਗਦਾ, ਕੁਝ ਬੰਦੇ ਰਹਿ ਗਏ, ਉਹਨਾਂ ਦੇ ਅੱਜ ਵੀ ਬਣਾ ਰਹੇ ਆ। ਹੁਣ ਜਿੰਨੇ ਸਿੱਧੂ ਸਾਹਿਬ ਦੇ ਘਰੇ ਵੰਡਣੇ ਸੀਗੇ ਦਫ਼ਤਰ ਦੇ ਵਿੱਚ, ਉਹ ਸਾਰੇ ਮੁਲਾਜ਼ਮ ਥੱਲੇ ਖੜੇ ਆ ਸਿੱਧੂ ਸਾਹਿਬ ਦੇ ਬੇਟਾ ਜੀ ਬੈਠੇ ਨੇ, ਅਸੀਂ ਦੇਣ ਲੱਗੇ ਆ। ਜਿਹੜਾ ਮਾਹੌਲ ਉੱਥੇ ਗੁੱਡ ਮਾਹੌਲ 'ਚ ਲੋਕਾਂ ਨੂੰ ਖੁਸ਼ੀ ਮਿਲਣੀ ਸੀ, ਉਹ ਇਹ ਇੱਕ ਬੰਦਾ ਆਪਦੀ ਚੌਧਰ ਚਮਕਾਉਣ ਲਈ ਉਹ ਮਾਹੌਲ ਹੀ ਖਰਾਬ ਕਰ ਗਿਆ। ਸਾਵੇਂ ਸਿੱਧੂ ਸਾਹਿਬ ਨੇ ਆਪਦੇ ਹੱਥੀਂ ਦੇ ਕੇ ਜਾਣੇ ਸੀਗੇ, ਉਹਨਾਂ ਨੇ ਚੰਡੀਗੜ੍ਹ ਜਾਣਾ ਸੀ, ਉਹ ਚਲੇ ਗਏ ਤੇ ਉਹਨਾਂ ਦਾ ਹੁਣ ਬੇਟਾ ਦੇ ਰਿਹਾ। ਇੱਕ ਤੁਸੀਂ ਬਰਾਦਰੀ ਨੂੰ ਲੀਡ ਕਰਦੇ ਹੋ, ਤੁਸੀਂ ਬਰਾਦਰੀ ਦਾ ਹੀ ਮਾਹੌਲ ਖਰਾਬ ਕਰ ਰਹੇ ਹੋ, ਤੁਸੀਂ ਬਰਾਦਰੀ ਦੀਆਂ ਖੁਸ਼ੀਆਂ ਨੂੰ ਰੋਲ ਰਹੇ ਹੋ। ਹੁਣ ਉਹ ਜਿਹੜੇ 150 ਬੰਦਾ ਉੱਥੋਂ ਵਿਚਾਰਾ ਉੱਠ ਕੇ ਇੱਥੇ ਲੈਣ ਆਇਆ, ਸਾਵੇਂ ਉਹਨਾਂ ਨੇ ਹੁਣ ਲੈ ਲੈਣੇ ਸੀਗੇ। ਪ੍ਰਸ਼ਾਸਨ ਵੱਲੋਂ ਤੁਸੀਂ ਕਾਰਵਾਈ ਦੀ ਮੰਗ ਕਰੋਗੇ? ਤੁਹਾਡੇ ਜਿਹੜਾ ਕੰਮ ਸੀਗਾ, ਦੇਖੋ ਗੱਲ ਇਹ ਆ, ਪਾਣੀ ਪੁੱਛਿਆ, ਚਾਹ ਪੁੱਛੀ, ਜੋ ਵੀ ਹੈ ਉਹ ਸਿੱਧੂ ਸਾਹਿਬ ਦਾ ਉੱਥੇ ਅਰੇਂਜਮੈਂਟ ਵਧੀਆ ਕੀਤਾ ਹੋਇਆ ਸੀਗਾ। ਇਹਨਾਂ ਬੰਦਿਆਂ ਨੇ ਤਾਂ ਉਹ ਕਰਨ ਹੀ ਨਹੀਂ ਦਿੱਤਾ। ਸਿੱਧੂ ਸਾਹਿਬ ਸਾਰੇ ਬੰਦਿਆਂ ਦਾ, ਇਹਨਾਂ ਦੇ ਆਫਿਸ ਦੇ ਵੱਲੋਂ ਸਾਰਿਆਂ ਨੂੰ ਉੱਥੇ ਐਂਟਰਟੇਨ ਕੀਤਾ ਜਾ ਰਿਹਾ ਸੀ। ਸਿੱਧੂ ਸਾਹਿਬ ਤਾਂ ਵਿਚਾਰੇ ਹਲੇ ਆਏ ਆ, ਆਉਂਦੇ ਸਾਰੀ ਇਹਨਾਂ ਨੇ ਧੱਕਾ ਮਾਰ ਕੇ ਗੇਟ ਖੋਲ੍ਹਿਆ, ਠੀਕ ਆ, ਉੱਥੇ ਰੌਲਾ ਪਾਉਣਾ ਸ਼ੁਰੂ ਕਰਤਾ। ਰੌਲਾ ਪਾਇਆ, ਮੈਨੂੰ ਸਿੱਧੂ ਸਾਹਿਬ ਦੇ ਬੰਦੇ ਕਹਿੰਦੇ ਵੀ ਤੁਸੀਂ ਭਾਜੀ ਜਾਓ, ਮੈਂ ਤਾਂ ਨਿਕਲਦਾ ਨਹੀਂ ਸੀਗਾ ਵੀ ਜੇ ਨਹੀਂ ਹੱਥਾਪਾਈ ਕੋਈ ਨਹੀਂ ਹੋਈ, ਕੋਈ ਹੱਥਾਪਾਈ ਨਹੀਂ ਹੋਈ, ਪਰ ਜੇ ਉਹ ਕਰਦੇ ਤੇ ਫਿਰ ਮੈਂ ਵੀ ਕਰਦਾ, ਜਿੰਨੇ ਕੁ ਜੋਗਾ ਮੈਂ ਹੁੰਦਾ ਮੈਂ ਵੀ ਕਰਦਾ। ਸ਼ਬਦਾਵਲੀ ਦੀ ਤੁਸੀਂ ਮੰਨਿਆ ਵਰਤੋਂ ਕੀਤੀ ਕਿ ਤੁਹਾਡਾ ਨਾਮ, ਤੁਸੀਂ ਤੁਹਾਡੇ ਫਾਦਰ ਦਾ ਨਾਮ ਲੈ? ਹਾਂ, ਉਹਨੇ ਇੰਨਾ ਪੁੱਛਿਆ, ਕਹਿੰਦਾ ਵੀ ਇਹ ਸੇਖੋਂ ਨੇ ਪਾਰਸ਼ੈਲਿਟੀ ਕੀਤੀ ਆ। ਮੈਂ ਕਿਹਾ ਮੈਂ ਕੀਤੀ ਆ? ਕਹਿੰਦਾ ਹੋਰ ਤੇਰੇ ਬਾਪ ਨੇ ਕੀਤੀ ਆ। ਆਹ ਲਫ਼ਜ਼ ਉਹਨੇ ਬੋਲੇ ਆ। ਉਹਦੀ ਮਾਨਸਿਕਤਾ, ਉਹਦੀ ਅਕਲ ਸਿਖਾਉਂਦੇ ਆ ਵੀ ਉਹ ਇੱਕ ਅਫਸਰ ਨਾਲ ਜਾਂ ਕਿਸੇ ਆਮ ਬੰਦੇ ਨਾਲ ਵੀ ਜੇ ਇਸ ਟੌਪਿਕ 'ਤੇ ਗੱਲ ਕਰ ਰਿਹਾ ਤਾਂ ਉਹਦੀ ਆਪਦੀ ਅਕਲ ਬੇਅਕਲੀ ਆ ਇਹ। ਹੁਣ ਜਿਹੜਾ ਮਸਲਾ ਹੱਲ ਕੀਤਾ ਜਾਊਗਾ, ਜਿਹੜੇ ਸਫਾਈ ਕਰਮਚਾਰੀ ਸਵੇਰ ਦੇ ਬੈਠੇ ਉਹਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ? ਹਾਂਜੀ, ਅਸੀਂ ਬੁਲਾ ਲਿਆ ਸਾਰੇ ਥੱਲੇ, ਦਫ਼ਤਰ ਥੱਲੇ ਆ ਗਿਆ, ਸਿੱਧੂ ਸਾਹਿਬ ਦੇ ਬੇਟਾ ਜੀ ਆ ਗਿਆ, ਸਾਡੇ ਚੇਅਰਮੈਨ ਸੋਤਾ ਸਾਹਿਬ ਵੀ ਆ ਗਏ ਨੇ, ਸਾਰੇ ਆ ਗਏ। ਅਸੀਂ ਦੇਵਾਂਗੇ। ਉਹਨਾਂ ਮੁਲਾਜ਼ਮਾਂ ਦਾ ਕੀ ਕਸੂਰ ਆ ਜਿਹੜੇ ਇੰਨੇ ਸਾਲਾਂ ਦੇ ਕੰਮ ਕਰਦੇ ਆ? ਜੇ ਇੱਕ ਬੰਦਾ ਬੇਵਕੂਫੀ ਕਰਦਾ, ਆਪਦੀ ਬਰਾਦਰੀ ਦਾ ਨੁਕਸਾਨ ਕਰਦਾ, ਅੱਜ ਤੱਕ ਤਾਂ ਬਰਾਦਰੀ ਨੂੰ ਖਾਂਦੇ ਆਏ ਨੇ, ਅਸੀਂ ਮੁਲਾਜ਼ਮਾਂ ਦਾ ਕਿਉਂ ਨੁਕਸਾਨ ਕਰਾਂਗੇ? ਅਸੀਂ ਦੇਵਾਂਗੇ ਲੈਟਰ ਉਹਨਾਂ ਨੂੰ, ਅਸੀਂ ਉਹਨਾਂ ਦੀ ਦੀਵਾਲੀ ਹੈਪੀ ਦੀਵਾਲੀ ਕਰਾਂਗੇ, ਅਸੀਂ ਦੇਵਾਂਗੇ ਜੀ, ਅਸੀਂ ਦੇ ਰਹੇ ਹਾਂ ਥੱਲੇ। ਦਾਨਵ ਸਾਹਿਬ, ਅੱਜ ਨਿਯੁਕਤੀ ਪੱਤਰ ਦੇ ਦੌਰਾਨ ਇੱਕ ਹੰਗਾਮਾ ਹੋਇਆ, ਗਾਜ ਤੁਹਾਡੇ 'ਤੇ ਗਿਰ ਰਹੀ ਹੈ ਕਿ ਤੁਸੀਂ ਹੰਗਾਮਾ ਕੀਤਾ, ਤੁਸੀਂ ਉੱਥੇ ਮਾਹੌਲ ਖਰਾਬ ਕੀਤਾ। ਬਿਲਕੁਲ ਸਰਾਸਰ ਇਹ ਝੂਠ ਗੱਲ ਹੈ ਜੀ, ਇੱਦਾਂ ਕੋਈ ਗੱਲ ਉੱਤੇ ਹੋਈ ਨਹੀਂ ਹੈ। ਸੀ ਜ਼ੋਨ ਦੇ ਉਸ ਤੋਂ ਪਹਿਲਾਂ ਅਸੀਂ ਸਾਰੀ ਸੰਘਰਸ਼ ਕਮੇਟੀ ਜਿਹੜੀ ਆ, ਬਹੁਤ ਹੀ ਸਤਿਕਾਰਯੋਗ ਐਮਐਲਏ ਸੈਂਟਰ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਸਨਮਾਨਿਤ ਕਰ ਲਈ ਗਏ ਸੀ ਜੀ। ਉਹਨਾਂ ਤੋਂ ਬਾਅਦ ਨਾਲ ਹੀ ਸਾਨੂੰ ਮੈਸੇਜ ਆਇਆ ਹੋਇਆ ਸੀ ਜ਼ੋਨ ਦਾ, ਉੱਥੇ ਕੁਲਵੰਤ ਸਿੰਘ ਸਿੱਧੂ ਜੀ ਨੇ ਉੱਥੇ ਆਉਣਾ ਸੀ। ਅਸੀਂ ਸਾਰਿਆਂ ਨੇ ਰਲ ਕੇ ਮਾਣਯੋਗ ਕੁਲਵੰਤ ਸਿੰਘ ਸਿੱਧੂ ਜੀ ਨੇ, ਐਮਐਲਏ ਸਾਹਿਬ, ਜ਼ੋਨਲ ਕਮਿਸ਼ਨਰ ਕੁਲਪ੍ਰੀਤ ਜੀ, ਤਿਗਾਨ ਸਾਹਿਬ, ਚੌਧਰੀ ਸਾਹਿਬ, ਮੈਂ ਤਾਂ ਸਾਰੀ ਸੰਘਰਸ਼ ਕਮੇਟੀ, ਅਸੀਂ ਉੱਥੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਨੀਚੇ ਆਏ, ਲੋਕਾਂ ਨੂੰ ਸੰਬੋਧਨ ਕੀਤਾ। ਘੱਟ ਬਹੁਤ ਸੀਗਾ। ਉਸ ਤੋਂ ਬਾਅਦ ਸਿੱਧੂ ਸਾਹਿਬ ਦੇ ਨਾਲ, ਕਿਉਂਕਿ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ, ਉਹ ਕਹਿੰਦੇ ਨਿਯੁਕਤੀ ਪੱਤਰ ਜਿਹੜੇ ਨੇ ਉਹ ਡੀ ਜ਼ੋਨ 'ਤੇ ਕਾਫੀ ਮੁਲਾਜ਼ਮ ਜਿਹੜੇ ਖੜੇ ਨੇ ਉਹਨਾਂ ਨੂੰ ਦੇਣੇ, ਵੀ ਦਾਨਾ ਸਾਹਿਬ ਤੁਸੀਂ ਨਾਲ ਚੱਲੋ, ਤਿਗਾਨ ਸਾਹਿਬ ਤੁਸੀਂ ਨਾਲ ਚੱਲੋ।
ਉਹਨਾਂ ਨੇ ਜਦੋਂ ਹੀ ਮਤਲਬ ਸਾਨੂੰ ਨਾਲ ਲੈ ਕੇ ਗਏ ਆ, ਅਸੀਂ ਉਹਨਾਂ ਦੇ ਆਫਿਸ ਬੈਠੇ ਹੋਏ ਸੀਗੇ। ਇਨ ਬਿਟਵੀਨ ਉੱਥੇ ਰੌਲਾ ਪੈ ਗਿਆ। ਸਭ ਤੋਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਕੀ ਰੌਲਾ ਪਿਆ, ਰੌਲਾ ਕੀ ਪਿਆ ਪਤਾ ਇਹ ਲੱਗਿਆ ਬਾਅਦ ਦੇ ਵਿੱਚੋਂ ਸਾਨੂੰ ਜਾ ਕੇ, ਜਦੋਂ ਉੱਥੇ ਕਿ ਉੱਥੇ ਏਜ ਜਿਨ੍ਹਾਂ ਦੀ ਬਿਲਕੁਲ ਘੱਟ ਸੀ, ਮੇਰਾ ਖਿਆਲ ਤੁਹਾਨੂੰ ਉਹਨਾਂ ਨੂੰ ਹੁਣ ਬੁਲਾ ਵੀ ਦਿੰਦਾ, ਆ ਹੀ ਰਹੇ ਤੇ ਸਾਰੇ। ਕਿਸੇ ਦੀ ਏਜ ਸੀ 32 ਸਾਲ ਦੀ, ਕਿਸੇ ਦੀ ਏਜ ਸੀ 34 ਸਾਲ ਦੀ, ਕਿਸੇ ਦੀ ਏਜ ਸੀ 36 ਸਾਲ ਦੀ। ਉਹ ਸਾਰੇ ਦੇ ਸਾਰੇ ਸਾਨੂੰ ਇਹ ਗੱਲ ਕਹਿ ਰਹੇ ਸੀ ਜੀ ਸਾਡਾ ਸੇਖੋ ਸਾਹਿਬ ਨੇ ਪ੍ਰੀ ਪਲਾਨਡ ਪਿਕ ਐਂਡ ਚੂਸ ਦੇ ਨਾਲ ਸਾਡੇ ਨਾਂ ਕਰਤੇ। ਅਸੀਂ ਕਿਹਾ ਵੀ ਉਹ ਕਿੱਦਾਂ ਕੱਢਦੇ, ਤੁਹਾਡੇ ਕਿੱਦਾਂ ਕੱਢ ਸਕਦੇ? ਕਿਉਂਕਿ 3 ਦਿਨ ਤੋਂ ਲਗਾਤਾਰ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਰਹੀ ਸੀ ਕਿ 42 ਸਾਲ ਤੱਕ ਦੀ ਜਿਨ੍ਹਾਂ ਦੀ ਉਮਰ ਆ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਜਾਣਗੇ। ਅਸੀਂ ਲਗਾਤਾਰ ਉਸ ਸੰਬੰਧੀ ਬੜੇ ਚਿੰਤਤ ਸੀ। ਇਸ ਸੰਬੰਧੀ ਅਸੀਂ ਸਤਿਕਾਰਯੋਗ ਐਮਐਲਏ ਸਾਹਿਬ ਨਾਲ ਵੀ ਸਾਰਿਆਂ ਨਾਲ ਗੱਲ ਕੀਤੀ ਔਰ ਮਾਨਯੋਗ ਚੌਧਰੀ ਯਸ਼ਪਾਲ ਜੀ ਨੇ ਜੋ ਸਾਡੇ ਬਤੌਰ ਕਾਉਂਸਲਰ ਨੇ, ਇਹਨਾਂ ਨੇ ਹਾਊਸ ਪ੍ਰਸਤਾਵ ਵੀ ਲੈ ਕੇ ਆਂਦਾ ਔਰ ਉਹ ਪ੍ਰਸਤਾਵ ਜਿਹੜਾ ਵਾ 21 ਦਿਨ ਲਈ ਚੰਡੀਗੜ੍ਹ ਭੇਜਣਾ ਹੁੰਦਾ ਪੰਜਾਬ ਸਰਕਾਰ ਨੂੰ। ਉਹਦੇ 'ਚ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਵੀ 50 ਸਾਲ ਤੱਕ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਸਾਰਿਆਂ ਨੂੰ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣਗੇ, ਪੱਕੇ ਕੀਤੇ ਜਾਣਗੇ। ਅਸੀਂ ਇਸ ਸੰਬੰਧੀ ਜਦੋਂ ਹੀ ਸੇਖੋ ਸਾਹਿਬ ਨਾਲ ਗੱਲ ਕੀਤੀ, ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਕਿਹਦਾ ਸਤਾਇਆ ਹੋਇਆ ਸੀ, ਕਿੰਨਾ ਗੁੱਸੇ 'ਚ ਸੀ। ਉਹਨੇ ਐਡੀ ਜ਼ੋਰ ਦੀ ਗੇਟ ਮਾਰਿਆ, ਮਤਲਬ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਅਗਰ ਮੈਂ ਥੋੜਾ ਪਿੱਛੇ ਨਾ ਹੁੰਦਾ ਤਾਂ ਮੇਰਾ ਫੇਸ ਜਿਹੜਾ ਵਾ ਉਹਨੇ ਬਹੁਤ ਬੁਰੀ ਤਰ੍ਹਾਂ ਮਤਲਬ ਸੱਟ ਲੱਗਣੀ ਸੀ। ਇੰਨੀ ਗੱਲ ਹੋਈ ਤੇ ਉਹਨੂੰ ਜਦੋਂ ਇਸ ਗੱਲ ਦਾ ਪੁੱਛਿਆ ਵੀ ਭਾਈ ਇੱਦਾਂ ਦਾ ਗੱਲ ਆ ਵੀ ਆਹ ਚਾਰੇ ਜਿਹੜੇ ਮੁਲਾਜ਼ਮ ਨੇ, ਕਿਸੇ ਦੀ 32 ਸਾਲ ਦੀ ਉਮਰ ਆ, ਕਿਸੇ ਦੀ 34 ਸਾਲ ਦੀ ਆ, ਕਿਸੇ ਦੀ 36 ਸਾਲ ਦੀ ਆ, ਇਹਨਾਂ ਨੂੰ ਕਿਉਂ ਨਹੀਂ ਨਿਯੁਕਤੀ ਪੱਤਰ ਦੇ ਰਹੇ? ਕਹਿੰਦਾ ਤੁਸੀਂ ਕੌਣ ਹੁੰਦੇ ਆ ਇਹ ਗੱਲ ਪੁੱਛਣ ਵਾਲੇ? ਅਸੀਂ ਕਿਹਾ ਅਸੀਂ ਸਾਰੇ ਸੰਘਰਸ਼ ਕਮੇਟੀ ਵਾਲੇ ਆ, ਅਸੀਂ ਐਡੀ ਮਿਹਨਤ ਕੀਤੀ ਆ, ਅਸੀਂ 56 ਦਿਨ ਧਰਨਾ ਲਾਇਆ, ਲਗਾਤਾਰ ਧਰਨਾ ਲਾਇਆ। ਮਾਨਯੋਗ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਆਪ ਆ ਕੇ ਇੱਥੇ 2 ਜਣੇ ਨੂੰ ਨਿਯੁਕਤੀ ਪੱਤਰ ਦੇ ਕੇ ਗਏ ਆ 15 ਅਗਸਤ ਨੂੰ। ਉਸ ਤੋਂ ਬਾਅਦ 18 ਤਰੀਕ ਨੂੰ ਲੋਕਲ ਬਾਡੀ ਮਿਨਿਸਟਰ ਸਾਹਿਬ ਕੱਲੇ ਨੂੰ ਨਿਯੁਕਤੀ ਪੱਤਰ ਦੇ ਕੇ ਗਏ। ਉੱਥੇ ਫੈਸਲਾ ਹੋਇਆ ਕਿ ਜ਼ੋਨਲ ਕਮਿਸ਼ਨਰ ਪਲੱਸ ਹਲਕੇ ਦਾ ਜਿਹੜਾ ਐਮਐਲਏ ਆ ਉਹ ਨਿਯੁਕਤੀ ਪੱਤਰ ਦੇਊਗਾ। ਤੇ ਅਸੀਂ ਭਾਈ ਇਹ ਗੱਲ ਤਾਂ ਪੁੱਛ ਸਕਦੇ ਹਾਂ। ਇੰਨੀ ਗੱਲ ਦੇ ਵਿੱਚ ਉਹਨੇ ਬਹੁਤ ਜ਼ਿਆਦਾ, ਪਤਾ ਨਹੀਂ ਉਹਨੂੰ ਕਿਸ ਗੱਲ ਦਾ ਗੁੱਸਾ ਚੜਿਆ ਸੀ, ਉਹਨੇ ਬੜਾ ਮਤਲਬ ਮੁਲਾਜ਼ਮਾਂ ਨੂੰ ਵਿੱਚ ਗੱਲਾਂ ਜਿਹੜੀਆਂ ਉਲ ਜਲੂਲ ਜਿਹੜੀਆਂ ਗੱਲਾਂ ਨਹੀਂ ਮੈਂ ਤੁਹਾਨੂੰ ਸ਼ੇਅਰ ਕਰ ਸਕਦਾ, ਉਹ ਵੀ ਉੱਥੇ ਕਾਫੀ ਉਹਨੇ ਮਤਲਬ ਬੋਲੀਆਂ। ਕਈ ਵਾਰੀ ਮੈਂ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦਾ ਵਾਂ ਕਿ ਕਈ ਵਾਰੀ ਸਾਨੂੰ ਵੀ ਇਦਾਂ ਫੀਲ ਹੋਇਆ ਵਾ ਕਿ ਉਹ ਇੱਕ ਯੂਨੀਅਨ ਦਾ ਪ੍ਰਧਾਨ ਬਣ ਕੇ ਕੰਮ ਕਰਦਾ ਵਾ ਕਾਰਪੋਰੇਸ਼ਨ ਦੇ ਅੰਦਰ, ਜਦ ਕਿ ਉਹ ਜ਼ੋਨਲ ਕਮਿਸ਼ਨਰ ਆ। ਇਸ ਸੰਬੰਧੀ ਅਸੀਂ ਮਾਨਯੋਗ ਮੇਅਰ ਸਾਹਿਬ ਨੂੰ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਔਰ ਅਸੀਂ ਉਹਨਾਂ ਨੂੰ ਨਿਵੇਦਨ ਕੀਤਾ ਵੀ ਦੇਖੋ ਸਾਰੀ ਸੰਘਰਸ਼ ਕਮੇਟੀ ਨੇ ਜਾ ਕੇ ਵੀ ਇਹ ਇੱਕ ਜ਼ੋਨਲ ਕਮਿਸ਼ਨਰ ਦੇ ਹਿਸਾਬ ਨਾਲ ਕੰਮ ਕਰਿਆ ਕਰੇ। ਇਹ ਇੱਕ ਯੂਨੀਅਨ ਦਾ ਪ੍ਰਤੀਨਿਧੀ ਬਣ ਕੇ ਸੰਘਰਸ਼ ਕਮੇਟੀ ਦੇ ਨਾਲ ਤੇ ਸੰਘਰਸ਼ ਕਮੇਟੀ ਦੇ ਮੁਲਾਜ਼ਮਾਂ ਨਾਲ ਉਲਝਦਾ ਕਿਉਂ ਆ? ਇੱਕ ਵਾਰੀ ਨਹੀਂ ਗੱਲ ਹੋ ਸਕੀ ਹੈ ਜੀ, 3-4 ਵਾਰੀ ਗੱਲ ਹੋਈ ਆ। ਜਦੋਂ ਵੀ ਇਹ ਮਤਲਬ ਇਹਦਾ ਦਿਲ ਕਰਦਾ ਵਾ ਉਦੋਂ ਹੀ ਬੜੇ ਮਤਲਬ ਹੋਰ ਤਰੀਕੇ ਨਾਲ, ਜਿਹੜੀ ਗੱਲ ਮੈਂ ਤੁਹਾਨੂੰ ਸ਼ਬਦ ਬਿਆਨ ਵੀ ਨਹੀਂ ਕਰਦਾ, ਚੰਗਾ ਵੀ ਨਹੀਂ ਲੱਗਦਾ। ਇੱਕ ਅਸੀਂ ਤਾਂ ਦੇਖੋ ਸਤਿਕਾਰ ਕਰਦੇ ਕਿ ਜ਼ੋਨਲ ਕਮਿਸ਼ਨਰ ਇੱਕ ਪੋਸਟ ਆ, ਉਸ ਪੋਸਟ ਦਾ ਸਤਿਕਾਰ ਕਰਦੇ ਹਾਂ, ਪਰ ਇਹਦਾ ਐਟੀਟਿਊਡ ਜਿਹੜਾ ਇਦਾਂ ਦਾ ਹੁੰਦਾ ਵਾ ਕਿ ਜਿੱਦਾਂ ਮਤਲਬ ਲੱਗਦਾ ਹੀ ਨਹੀਂ ਵੀ ਇਹ ਜ਼ੋਨਲ ਕਮਿਸ਼ਨਰ ਗੱਲ ਕਰ ਰਿਹਾ, ਅਫਸਰ ਗੱਲ ਕਰ ਰਿਹਾ, ਬਲਕਿ ਉਲਟ ਇਹ ਇਦਾਂ ਲੱਗਦਾ ਹੁੰਦਾ ਵਾ ਕਿ ਕਿਸੇ ਯੂਨੀਅਨ ਦਾ ਜਿਹੜਾ ਵਾ ਪ੍ਰਧਾਨ ਆ ਤੇ ਪ੍ਰਧਾਨ ਦੀ ਹੈਸੀਅਤ ਦੇ ਨਾਲ ਇਹ ਸੰਘਰਸ਼ ਕਮੇਟੀ ਨਾਲ ਗੱਲ ਕਰਦੇ। ਦਾਦਾ ਸਾਹਿਬ ਉਹ ਕਹਿ ਰਹੇ ਆ ਕਿ ਵੀ ਉਹਨਾਂ ਨੇ ਅਪੱਧਰ ਭਾਸ਼ਾ ਦੀ ਵਰਤੋਂ ਕੀਤੀ ਮੇਰੇ ਨਾਲ, ਮੇਰੇ ਪਿਤਾ ਦੇ ਸਵਾਲ ਚੁੱਕੇ ਵੀ, ਉਸ ਕਰਕੇ ਵੀ ਮੇਰੀ ਬਹਿਸ ਹੋਈ। ਉਹ ਕਹਿੰਦੇ ਵੀ ਉਹ ਤੋਂ ਬਾਅਦ ਗੱਲ ਜਿਹੜੀ ਕੋਈ ਹੱਥਾਪਾਈ ਨਹੀਂ ਹੋਈ ਇੱਥੇ, ਬਲਕਿ ਮੈਂ ਤੁਹਾਨੂੰ ਈਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ, ਉੱਥੇ ਜਿੰਨੇ ਮੁੰਡੇ ਸੀਗੇ ਜਿਨ੍ਹਾਂ ਨੂੰ ਗੁੱਸਾ ਆਇਆ ਮੈਂ ਉਹਨਾਂ ਦੇ ਚੰਡਾ ਵੀ ਮਾਰੀਆਂ ਤੇ ਗਾਂਧ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ, ਚੌਧਰੀ ਸਾਹਿਬ ਨੇ ਵੀ ਧੱਕੇ ਮਾਰੇ ਵੀ ਤੁਸੀਂ ਇਹਦੇ ਨਾਲ ਕਾਹਦੀ ਉਲਝਣਾ, ਆਪਾਂ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗੇ, ਆਪਾਂ ਮਾਨਯੋਗ ਮੇਅਰ ਸਾਹਿਬ ਨਾਲ ਗੱਲ ਕਰਾਂਗੇ। ਬਲਕਿ ਇਹਨੇ ਉਲਟ ਜਲੂਲ ਗੱਲਾਂ ਕੀਤੀਆਂ, ਇਹਨੇ ਇੰਨੀ ਭੱਦਰ ਭਾਸ਼ਾ ਦਾ ਇਸਤੇਮਾਲ ਕੀਤਾ ਜਿਹੜਾ ਕਿ ਇੱਕ ਜ਼ੋਨਲ ਕਮਿਸ਼ਨਰ ਦੇ ਕੋਲੋਂ ਉਹਦੇ ਕੋਲ ਇੱਕ ਜੱਚਦਾ ਨਹੀਂ ਆ। ਉਹਦੀ ਇੱਕ ਪੋਸਟ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਕਿ ਉਹਦੇ 'ਚ ਨਮਰਤਾ ਹੋਣੀ ਚਾਹੀਦੀ ਹੈ। ਇੱਕ ਜ਼ੋਨਲ ਕਮਿਸ਼ਨਰ ਆ ਉਹਦੇ 'ਚ ਭਾਸ਼ਾ ਦਾ ਬੜਾ ਸੋਚ ਵਿਚਾਰ ਕੇ ਇਸਤੇਮਾਲ ਕਰਨਾ ਚਾਹੀਦਾ ਵਾ। ਦਾਦਾ ਸਾਹਿਬ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਵੀ ਅਸੀਂ ਸਵੇਰੇ 9 ਵਜੇ ਦੇ ਆਏ ਹੋਏ ਆ, ਸਫਾਈ ਕਰਮਚਾਰੀ ਸੀਗੇ ਜਿਹੜੇ, ਉਹ ਕਹਿੰਦੇ ਭੁੱਖਣ ਪਾਣੀ ਬੈਠੇ ਵੀ, ਸਾਨੂੰ ਨਾ ਪਾਣੀ ਪੁੱਛਿਆ, ਨਾ ਰੋਟੀ ਪੁੱਛੀ, ਨਾ ਸਾਨੂੰ ਨਿਯੁਕਤੀ ਪੱਤਰ ਵੰਡੇ। ਵੀ ਐਮਐਲਏ ਜਿਹੜੇ ਆ ਤੇ ਜਿਹੜੇ ਜ਼ੋਨਲ ਕਮਿਸ਼ਨਰ ਆ ਆਪਸ 'ਚ ਮਿਲੀ ਭੁਗਤ ਦੇ ਨਾਲ ਆਪਣੇ ਮਨਮਰਜ਼ੀ ਆਪਣੇ ਚਹੇਤਿਆਂ ਨੂੰ ਜਿਹੜੇ ਨਿਯੁਕਤੀ ਪੱਤਰ ਦੇ। ਬਿਲਕੁਲ ਇਸ ਗੱਲ ਨਾਲ ਮੈਂ ਤੁਹਾਡੇ ਸਹਿਮਤ ਹਾਂ
ਕਿਸ ਗੱਲ ਨਾਲ? ਇਹ ਗੱਲ ਪਿਕ ਐਂਡ ਚੂਸ ਵਾਲੀ ਬਿਲਕੁਲ ਹੋਈ ਆ, ਕਈ ਵਾਰੀ ਹੋਈ ਹੈ, ਇੱਕ ਵਾਰੀ ਨਹੀਂ, ਲੇਕਿਨ ਅਸੀਂ ਸਾਰਿਆਂ ਦੀ ਨੇਚਰ ਜਿਹੜੀ ਆ ਉਹ ਬੜੀ ਪੋਜ਼ਿਟਿਵ ਆ। ਜਿਸ ਦਿਨ ਮੰਚ ਤੇ ਵੀ ਹੋਇਆ ਵਾ 18 ਤਰੀਕ ਨੂੰ ਵੀ, ਉਸ ਦਿਨ ਵੀ ਪਿਕ ਐਂਡ ਚੂਸ ਹੋ ਕੇ ਉੱਥੇ ਦਿੱਤੇ ਗਏ, ਲੇਕਿਨ ਅਸੀਂ ਸਾਰਿਆਂ ਨੇ ਸ਼ਾਂਤ ਰਹੇ ਵੀ ਕੋਈ ਗੱਲ ਨਹੀਂ ਆ, ਅੱਜ ਇਹਨਾਂ ਨੂੰ ਮਿਲ ਗਏ, ਕੱਲ ਨੂੰ ਇਹਨਾਂ ਨੂੰ ਮਿਲ ਜਾਈਏ, ਪਰਸੋਂ ਕਿਸੇ ਹੋਰ ਨੂੰ ਮਿਲ, ਕਿਉਂਕਿ ਇਹਨਾਂ ਨੇ ਸਾਡਾ ਨਾਲ ਪ੍ਰੋਮਿਸ ਕੀਤਾ ਸੀ 24 ਤਰੀਕ ਦਾ। ਕਹਿਣ ਦਾ ਮਤਲਬ ਕਿ ਆਮ ਆਦਮੀ ਪਾਰਟੀ ਆਪਣੇ ਚਹੀਤੇ ਹੁੰਦੇ ਰਹੀ? ਨਹੀਂ, ਇਹ ਨਹੀਂ ਮੈਂ ਕਹਿ ਸਕਦਾ, ਇਸ ਗੱਲ ਨਾਲ ਨਹੀਂ, ਅਸੀਂ ਤਾਂ ਲੋਕਲ ਗੱਲ ਕਰਦੇ ਹਾਂ। ਸਾਡੇ ਦੇਖੋ, ਸਾਨੂੰ ਇਸ ਗੱਲ ਦੇ ਨਾਲ ਅਸੀਂ ਇਸ ਚੱਕਰ 'ਚ ਵੀ ਨਹੀਂ ਪੈਂਦੇ। ਅਸੀਂ ਤਾਂ ਇਹ ਕਹਿੰਦੇ ਵੀ ਮੰਨ ਲਓ ਕਿਸੇ ਨੂੰ 18 ਤਰੀਕ ਨੂੰ ਮਿਲ ਗਏ, ਕਿਸੇ ਨੂੰ 19 ਨੂੰ ਮਿਲ ਗਏ, ਕਿਸੇ ਨੂੰ 20 ਨੂੰ ਮਿਲ ਗਏ, ਕਿਸੇ ਨੂੰ 21 ਨੂੰ ਮਿਲ ਗਏ, ਕਿਸੇ ਨੂੰ 22 ਨੂੰ ਮਿਲ ਗਏ, ਕਿਸੇ ਨੂੰ 23 ਨੂੰ ਮਿਲ ਗਏ, ਕਿਉਂਕਿ ਇਹਨਾਂ ਨੇ 24 ਤਰੀਕ ਜਿਹੜੀ ਆ ਉਹ ਲਾਸਟ ਸਾਡੇ ਨਾਲ ਨਿਰਧਾਰਿਤ ਕੀਤੀ ਸੀ ਵੀ ਦੀਵਾਲੀ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਨਿਯੁਕਤੀ ਪੱਤਰ ਜਿਹੜੇ ਨੇ ਉਹ ਦੇ ਦਾਂਗੇ। ਇਸ ਵਾਸਤੇ ਅਸੀਂ ਤਾਂ ਇਸ ਚੱਕਰ 'ਚ ਪਏ ਹੀ ਨਹੀਂ, ਬਲਕਿ ਲੋਕ ਜ਼ਰੂਰ ਹੁਣ ਕਹਿ ਰਹੇ ਨੇ, ਉਹ ਇਹ ਲੋਕ ਜ਼ਰੂਰ ਕਹਿ ਰਹੇ ਨੇ ਕਿ ਪਿਕ ਐਂਡ ਚੂਸ ਹੋ ਰਹੀ ਆ। ਔਰ ਤੁਸੀਂ ਦੇਖੋ, ਤੁਹਾਨੂੰ ਮੈਂ ਉਹ ਸਾਰੇ ਇੱਥੇ ਆ ਹੀ ਰਹੇ ਨੇ 5-7 ਕਈ ਕਹਿ ਰਹੇ 15 ਸਾਲ ਤੋਂ ਅਸੀਂ ਕੰਮ ਕਰ ਰਹੇ, ਵੀ ਸਾਡਾ ਨਾਂ ਜਿਹੜਾ ਵੀ ਨਹੀਂ ਆਇਆ ਉਹਦੇ ਦੇ ਵਿੱਚ, ਸੂਚੀ ਦੇ ਵਿੱਚ ਵੀ, ਉਹਦੇ ਕਰਕੇ ਸਾਡਾ ਬੜਾ ਨੁਕਸਾਨ ਹੋਇਆ। ਜਿਹੜੇ ਕੁਝ ਆਹ ਦੇਖੋ ਜੀ, ਆਹ ਤੁਹਾਡਾ ਆ ਗਿਆ ਜੀ, ਇੱਕ ਤਾਂ ਵੀ ਆ ਗਿਆ। ਆਹ ਤੁਸੀਂ ਦੇਖੋ ਵੀ ਇਹ ਕਿਸ ਐਂਗਲ ਦੇ ਨਾਲ ਇਹ ਲੱਗ ਰਿਹਾ ਜੀ ਵੀ ਇਹ 42 ਸਾਲ ਤੋਂ ਉੱਪਰ। ਅਸੀਂ ਇਹਨੂੰ ਹੀ ਕਿਹਾ ਵੀ ਯਾਰ ਵੀ ਆਹ ਦੇਖ ਲਓ ਵੀ ਜਦੋਂ ਇਹਨੂੰ ਕਿਹਾ ਉਹ ਇਹਨੂੰ ਮਾਰਨ ਨੂੰ ਪਿਆ, ਕਿਉਂਕਿ ਉਹਨੂੰ ਇਹ ਲੱਗਿਆ ਵੀ ਬਿਲਕੁਲ ਸੰਘਰਸ਼ ਕਮੇਟੀ ਜਿਹੜੀ ਆ ਉਹ ਸੱਚ ਗੱਲ ਕਰ ਰਹੀ। ਆਹ ਤੁਹਾਡੇ ਸਾਹਮਣੇ ਆ, ਜਿਹਦੇ ਤੋਂ ਤੁਸੀਂ ਦੱਸੋ ਵੀ ਇਹ ਕਿਸ ਐਂਗਲ ਤੋਂ ਇਹ ਲੜਕਾ ਜਿਹੜਾ ਮੁਲਾਜ਼ਮ ਆ, ਇਹ ਕਿਸ ਐਂਗਲ ਤੋਂ ਲੱਗਦਾ ਵਾ ਕਿ ਇਹ 42 ਸਾਲ ਦੀ ਉਮਰ। ਜਦੋਂ ਅਸੀਂ ਆਹ ਚੀਜ਼ ਦਿਖਾਈ ਤਾਂ ਮਤਲਬ ਇੰਨਾ ਗੁੱਸੇ 'ਚ ਆ ਗਿਆ ਕਿ ਜਿਹਦੇ 'ਚ ਮੈਂ ਤੁਹਾਨੂੰ ਕਹਿ ਸਕਦਾ ਕਿ ਤੁਹਾਨੂੰ ਆਪ ਵੀ ਤੁਸੀਂ ਕਿਤੇ ਦੇਖਿਓ ਕਿ ਤੁਹਾਨੂੰ ਫੀਲ ਹੋਊਗਾ ਕਿ ਉਹਦੇ ਤੇ ਲੱਗਦਾ ਹੀ ਨਹੀਂ ਕਿ ਉਹ ਜਨਰਲ ਕਮਿਸ਼ਨਰ ਆ, ਉਹ ਤਾਂ ਐਂ ਲੱਗਦਾ ਕਿਸੇ ਯੂਨੀਅਨ ਦਾ ਇੱਕ ਪ੍ਰਧਾਨ ਬਣ ਕੇ ਉਹ ਯੂਨੀਅਨ ਸੰਘਰਸ਼ ਕਮੇਟੀ ਨਾਲ ਔਰ ਮੁਲਾਜ਼ਮਾਂ ਨਾਲ ਉੱਥੇ ਉਹ ਉਲਝ ਰਿਹਾ ਸੀ। ਜੇ ਦਾਨੋ ਸਾਹਿਬ, ਜੇ ਨਹੀਂ ਤਾਂ ਸੁਣਵਾਈ ਹੁੰਦੀ ਜਾਂ ਜਿਹੜੇ ਨੌਜਵਾਨ ਰਹਿੰਦੇ ਨੇ, ਜੇ ਉਹਨਾਂ ਨੂੰ ਨਹੀਂ ਮਿਲਦੀਆਂ ਨਿਯੁਕਤੀ ਪੱਤਰ ਨਹੀਂ ਮਿਲਦੇ, ਕਿਸ ਤਰ੍ਹਾਂ ਦਾ ਸੰਘਰਸ਼ ਜਿਹੜਾ ਸੰਘਰਸ਼ ਕਮੇਟੀ ਕਰੂਗੀ? ਇਹਦੇ 'ਚ ਦੇਖੋ, ਸਾਰੇ ਜੋ ਵੀ ਸਾਡਾ ਫੈਸਲਾ ਹੁੰਦਾ ਯੂਨਾਨੀਮਸਲੀ ਫੈਸਲਾ ਹੁੰਦਾ ਵਾ। ਸੰਘਰਸ਼ ਕਮੇਟੀ ਦੀ ਹੁਣ ਅਸੀਂ ਮੀਟਿੰਗ ਜਿਹੜੀ ਆ ਉਹ ਬੁਲਾਈ ਆ, ਤੁਹਾਡੇ ਸਾਹਮਣੇ ਸਾਰੀ ਸੰਘਰਸ਼ ਕਮੇਟੀ ਆ ਗਈ ਆ, ਇਸੇ ਕਰਕੇ ਤੁਹਾਨੂੰ ਵੀ ਵੈਲਕਮ, ਤੁਹਾਡਾ ਤੁਸੀਂ ਆਏ ਸੀਗੇ। 26 ਤਰੀਕ ਲਾਸਟ ਡੇਟ ਆ ਜੀ, ਕਿਉਂਕਿ ਜਿਹੜਾ ਮਾਨਯੋਗ ਚੌਧਰੀ ਯਾਚਪਾਲ ਜੀ ਨੇ ਪ੍ਰਸਤਾਵ ਰੱਖਿਆ ਸੀ, ਹਾਊਸ ਨੇ ਜਿਹੜਾ ਪਾਸ ਕੀਤਾ, ਉਹ 21 ਦਿਨ ਭੇਜਣਾ ਪੈਂਦਾ ਸਰਕਾਰ ਨੂੰ। ਤੋਂ 26 ਤਰੀਕ ਨੂੰ 21 ਦਿਨ ਜਿਹੜੇ ਨੇ ਉਹ ਬਣ ਜਾਣੇ ਨੇ। ਔਰ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਆ, ਕਿਉਂਕਿ 3 ਸਤਿਕਾਰਯੋਗ MLA ਸਾਹਿਬ, ਵਿਸ਼ੇਸ਼ ਤੌਰ ਤੇ ਫਸਟ ਆਫ ਆਲ ਮਤਲਬ ਗੁਰਪ੍ਰੀਤ ਗੋਗੀ ਜੀ, ਸੈਕੰਡ ਅਸ਼ੋਕ ਪ੍ਰਾਸ਼ਰ ਪੱਪੀ ਜੀ, ਕੁਲਵੰਤ ਸਿੱਧੂ ਜੀ, 3 ਜਣਿਆਂ ਨੂੰ ਸਨਮਾਨ ਦੇ ਜਦੋਂ ਅਸੀਂ ਸਨਮਾਨ ਅੱਜ ਕਰਨ ਗਏ ਤਾਂ ਉਹਨਾਂ ਨੇ ਪ੍ਰੋਪਰ ਇਹ ਗੱਲ ਕੀਤੀ। ਔਰ ਮਾਣਯੋਗ ਕੁਲਵੰਤ ਸਿੰਘ ਸਿੱਧੂ ਸਾਹਿਬ ਤਾਂ ਭਰੀ ਪੰਚਾਇਤ 'ਚ ਘੱਟੋ ਘੱਟ ਉੱਤੇ 2500 ਤੋਂ ਵੱਧ ਮੁਲਾਜ਼ਮ ਸੀ ਜ਼ੋਨ 'ਚ ਸੀ, ਉਹ ਭਰੀ ਪੰਚਾਇਤ 'ਚ ਅਨਾਉਂਸਮੈਂਟ ਕਰਕੇ ਗਏ ਵੀ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਕੋਲ ਜਾ ਰਿਹਾ ਵਾਂ, ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਜਾ ਕੇ ਇਹ ਗੱਲ ਕਹਿਣੀ ਆ ਕਿ ਜੀ ਮਤਲਬ ਇਹਨਾਂ ਨੂੰ ਮਤਲਬ ਇਹ ਇੱਥੇ ਹੀ ਵਿਚਾਰੇ ਕੰਮ ਕਰਦੇ ਸੀਗੇ, ਔਰ ਇੱਥੇ ਕੰਮ ਕਰਦੇ ਹੀ ਵਿਚਾਰੇ 50 ਸਾਲ ਹੋ ਗਈ, ਇਹਨਾਂ ਦੀ ਉਮਰ ਹੋ ਗਈ ਆ, ਤੇ ਇਸ ਕਰਕੇ ਇਹਨਾਂ ਨੂੰ ਰਿਲੈਕਸੇਸ਼ਨ ਜਿਹੜੀ ਆ ਉਹ ਦੇ ਦਿੱਤੀ ਜਾਵੇ। ਔਰ ਸਾਡੇ ਨਾਲ ਭਰੀ ਪੰਚਾयत 'ਚ फैसला ਜਿਹੜਾ ਵਾ ਉਹ ਕਰਕੇ ਗਈ है। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।